बिस्मिल्लाहिर्रहमानिर्रहीम। अस्सलाम वालेकुम व रहमतुल्लाहि व बरकातहू। की हाल चाल है जी? ठीक ठाक हो? उम्मीद अल्लाह ताला दे हुक्म नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं एक इंतहाई अफसोसनाक वाक़या जिहड़ा फैसलाबाद दे शहर विच पेश आया कि एक नवां शादीशुदा जोड़ा जिहदी शादी ईद तो पहला हुंदी आ ते ਉਹ ਪਲਾਨਿੰਗ ਬਣਾਉਂਦੇ ਨੇ ਕਿ ਅਸੀਂ ਈਦ ਦੀਆਂ ਛੁੱਟੀਆਂ ਤੇ ਹਨੀਮੂਨ ਮਨਾਉਣ ਜਾਵਾਂਗੇ, ਕਿਉਂਕਿ ਹਨੀਮੂਨ ਮਨਾਉਣ ਵਾਸਤੇ ਉਹਨਾਂ ਨੂੰ ਸਾਜਦ ਜਿਹੜਾ ਸੀ ਕੰਮ ਕਰਦਾ ਸੀ, ਛੁੱਟੀਆਂ ਦੀ ਜ਼ਰੂਰਤ ਸੀ। ਸਾਜਦ ਨੇ ਕਿਹਾ ਕਿ ਈਦ ਦੀਆਂ ਛੁੱਟੀਆਂ ਹੋਣਗੀਆਂ, ਚਲੋ ਆਪਾਂ ਹਨੀਮੂਨ ਜਿਹੜਾ ਈਦ ਦੀਆਂ ਛੁੱਟੀਆਂ ਦੇ ਵਿੱਚ ਮਨਾਉਣ ਜਾਵਾਂਗੇ। ਲੇਕਿਨ ਉਹਨਾਂ ਦੇ ਨਾਲ ਕੋਈ ਐਸਾ ਵਾਕਿਆ ਪੇਸ਼ ਆਇਆ ਕਿ ਉਸ ਵਾਕਿਏ ਨੇ ਉਹਨਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ ਔਰ ਜਿਹੜਾ ਉਹਨਾਂ ਨੇ ਹਨੀਮੂਨ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਤੇ ਉਹਨਾਂ ਨੂੰ ਕੈਂਸਲ ਕਰਨਾ ਪਿਆ। ਉਹ ਕਿਹੜਾ ਐਸਾ ਪ੍ਰੋਗਰਾਮ ਸੀ ਕਿ ਉਹਨਾਂ ਨੂੰ ਕੈਂਸਲ ਕਰਨਾ ਪਿਆ ਔਰ ਫਿਰ ਈਦ ਦੇ ਤੀਸਰੇ ਦਿਨ ਉਹਨਾਂ ਦੋਨਾਂ ਦੀ ਮੌਤ ਵਾਕਿਆ ਹੋ ਜਾਂਦੀ ਆ 10 ਜੂਨ ਨੂੰ ਮੰਗਲ ਵਾਲੇ ਦਿਨ। ਤੇ ਇਹਦੀ ਮੁਕੰਮਲ ਤਫਸੀਲਾਤ ਕਿ ਇਹ ਕਿਸ ਤਰ੍ਹਾਂ ਵਾਕਿਆ ਪੇਸ਼ ਆਇਆ, ਉਹਨਾਂ ਦੀ ਕਿਉਂ ਮੌਤ ਵਾਕਿਆ ਹੋਈ ਔਰ ਉਹਨਾਂ ਨੂੰ ਹਨੀਮੂਨ ਤੇ ਜਾਣ ਵਾਸਤੇ ਕਿਉਂ ਪ੍ਰੋਗਰਾਮ ਕੈਂਸਲ ਕਰਨਾ ਪਿਆ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਫੈਸਲਾਬਾਦ ਦੇ ਵਿੱਚ ਪੇਸ਼ ਆਇਆ। ਫੈਸਲਾਬਾਦ ਦੇ ਵਿੱਚ ਇੱਕ ਅਦੀਲ ਟਾਊਨ ਇਲਾਕਾ ਆ ਔਰ ਉਸ ਅਦੀਲ ਟਾਊਨ ਨੂੰ ਮਿਲਤ ਟਾਊਨ ਦਾ ਥਾਣਾ ਲੱਗਦਾ ਆ। ਉੱਥੇ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦਾ ਜਿਹੜਾ ਸਰਬਰਾਹ ਉਹਨਾਂ ਦਾ ਵਾਲਦ ਦਾ ਫੌਤ ਹੋ ਗਿਆ ਹੁੰਦਾ। ਉਹਨਾਂ ਦੀ ਵਾਲਦਾ ਦਾ ਨਾਮ ਹੁੰਦਾ ਫਜ਼ੀਲਤ ਬੀਬੀ। ਫਜ਼ੀਲਤ ਬੀਬੀ ਦੇ 6 ਬੱਚੇ ਸੀ, ਜਿਨ੍ਹਾਂ ਦੇ ਵਿੱਚੋਂ 3 ਬੇਟੀਆਂ ਔਰ 3 ਬੇਟੇ। ਸਾਰੇ ਬੱਚੇ ਜਿਹੜੇ ਨੇ ਉਹ ਸ਼ਾਦੀशुदा ਸੀ। ਇੱਕ ਜਿਹੜਾ ਸੀ ਉਹ ਗੈਰ ਸ਼ਾਦੀशुदा ਸੀ। ਜਿਹੜੇ ਬੇਟੇ ਸੀ ਸਭ ਤੋਂ ਬੜਾ ਜ਼ਾਹਿਰ ਸੀ, ਉਸ ਤੋਂ ਬਾਅਦ ਫਾਹਦ ਸੀ ਤੇ ਤੀਸਰਾ ਬੇਟਾ ਸਾਜਦ ਸੀ ਜਿਹੜਾ 6ਵੇਂ ਨੰਬਰ ਤੇ ਸੀ। ਤੇ ਸਾਜਦ ਦੀ ਜਿਹੜੀ ਸ਼ਾਦੀ ਆ ਉਹ ਫਜ਼ੀਲਤ ਬੀਬੀ ਨੇ ਆਪਣੀ ਭੈਣ ਜ਼ੁਲੈਖਾ ਦੇ ਘਰ ਕੀਤੀ। ਸਾਜਦ ਜਿਹੜਾ ਉਹ ਆਪਣੀ ਮਾਸੀ ਦੀ ਲੜਕੀ ਨੂੰ ਪਸੰਦ ਕਰਦਾ ਸੀ, ਉਹਦਾ ਨਾਮ ਸੀ ਰਜ਼ੀਆ। ਇਸ ਤਰ੍ਹਾਂ ਫਜ਼ੀਲਤ ਬੀਬੀ ਨੇ ਆਪਣੀ ਭਾਣਜੀ ਜਿਹੜੀ ਆ ਉਹ ਸਾਜਦ ਵਾਸਤੇ ਲੈ ਕੇ ਤੇ ਸ਼ਾਦੀ ਕਰਕੇ ਤੇ ਘਰ ਆ ਜਾਂਦੀ ਆ। ਹੁਣ ਰਜ਼ੀਆ ਦੀ ਜਿਹੜੀ ਆ ਦੂਸਰੇ ਭਰਾਵਾਂ ਦੀ ਬੀਵੀਆਂ ਦੇ ਨਾਲ ਨਹੀਂ ਬਣਦੀ। ਜ਼ਾਹਦ ਔਰ ਫਾਹਦ ਔਰ ਸਾਜਦ ਹੁਣ ਤਿੰਨੇ ਜਣੇ ਇਹ ਇੱਕੋ ਘਰ ਦੇ ਵਿੱਚ ਰਹਿੰਦੇ ਨੇ। ਤਿੰਨਾਂ ਦੀਆਂ ਬੀਵੀਆਂ ਆਪਸ ਵਿੱਚ ਹੀ ਲੜਦੀਆਂ ਰਹਿੰਦੀਆਂ, ਆਏ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ। ਹੁਣ ਜਿਹੜਾ ਇਹ ਸਾਜਦ ਸੀ ਇਹ ਲੂਮਾ ਤੇ ਕੰਮ ਕਰਦਾ ਸੀ। ਫਾਹਦ ਔਰ ਜ਼ਾਹਦ ਜਿਹੜੇ ਸੀ ਇਹ ਅੱਛਾ ਕੋ ਕਮਾਉਂਦਾ ਸੀ, ਖਾਂਦੇ ਪੀਂਦੇ ਸੀ ਤੇ ਵਾਲਦਾ ਜਿਹੜੀ ਸੀ ਉਹਨਾਂ ਦੀ ਸਾਈਡ ਲੈਂਦੀ ਸੀ, ਕਿਉਂਕਿ ਉਹਨਾਂ ਕੋਲ ਪੈਸਾ ਸੀ, ਅੱਛੇ ਸੀ, ਕਮਾਉਂਦੇ ਸੀ। ਤੇ ਹਾਲਾਂਕਿ ਰਜ਼ੀਆ ਜਿਹੜੀ ਆ ਇਹਦੀ ਸਕੀ ਭਾਣੀ ਸੀ, ਇਹ ਰਜ਼ੀਆ ਦੀ ਸਾਈਡ ਨਹੀਂ ਸੀ ਲੈਂਦੀ। ਤੇ ਫਜ਼ੀਲਤ ਬੀਬੀ ਜਿਹੜੀ ਆ ਹਮੇਸ਼ਾ ਉਹਨਾਂ ਦੀ ਬੜੇ ਭਰਾਵਾਂ ਦੀਆਂ ਜਿਹੜੀਆਂ ਬੀਵੀਆਂ ਸੀ ਉਹਨਾਂ ਦੀ ਸਾਈਡ ਲੈਂਦੀ ਸੀ। ਈਦ ਤੋਂ 3 ਮਾਹ ਪਹਿਲਾਂ ਇਹਨਾਂ ਦੀ ਜਿਹੜੀ ਸ਼ਾਦੀ ਸੀ ਨਾ ਹੋਈ ਸੀ ਰਜ਼ੀਆ ਤੇ ਸਾਜਦ ਦੀ। ਤੇ ਉਸ ਤੋਂ ਬਾਅਦ ਇਹਨਾਂ ਨੇ ਹਨੀਮੂਨ ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਇਹਨਾਂ ਨੇ ਕੁਝ ਪੈਸੇ ਪੂਸੇ ਜੋੜੇ ਤੇ ਇਹਨਾਂ ਨੇ ਕਿਹਾ ਕਿ ਈਦ ਦੀਆਂ ਛੁੱਟੀਆਂ ਤੇ ਅਸੀਂ ਜਾਵਾਂਗੇ, ਕਿਉਂਕਿ ਸਾਜਦ ਜਿਹੜਾ ਸੀ ਉਹ ਪਹਿਲਾਂ ਬੜੀਆਂ ਛੁੱਟੀਆਂ ਕਰ ਚੁੱਕਿਆ ਸੀ। ਤੇ ਸਾਜਦ ਨੇ ਆਪਣੀ ਬੇਗਮ ਨੂੰ ਕਿਹਾ ਕਿ ਹੁਣ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਈਦ ਦੀਆਂ ਜਿਹੜੀਆਂ ਛੁੱਟੀਆਂ ਹੋਣਗੀਆਂ ਉਹਦੇ ਤੇ ਹਨੀਮੂਨ ਮਨਾਉਣ ਜਾਵਾਂਗੇ, ਕਿਉਂਕਿ ਅੱਗੇ ਮੈਂ ਆਪਣੀ ਸ਼ਾਦੀ ਤੇ ਬੜੀਆਂ ਛੁੱਟੀਆਂ ਕਰ ਲਈਆਂ, ਜਿਹਦੀ ਵਜ੍ਹਾ ਨਾਲ ਹੁਣ ਮੇਰੇ ਕੋਲ ਛੁੱਟੀਆਂ ਨਹੀਂ ਹੈਗੀਆਂ। ਇਸ ਵਾਸਤੇ ਮੈਂ ਹੁਣ ਮਜ਼ੀਦ ਛੁੱਟੀਆਂ ਨਹੀਂ ਕਰ ਸਕਦਾ, ਆਪਾਂ ਈਦ ਦੀਆਂ ਛੁੱਟੀਆਂ ਤੇ ਹਨੀਮੂਨ ਮਨਾਉਣ ਵਾਸਤੇ ਜਾਵਾਂਗੇ। ਸਾਜਦ ਔਰ ਰਜ਼ੀਆ ਕੁਝ ਪੈਸੇ ਜੋੜਦੇ ਨੇ ਤਾਂ ਕਿ ਉੱਥੇ ਜਿਹੜੇ ਖਰਚਾ ਜਾ ਕੇ ਹੋਵੇਗਾ ਉਹ ਬਰਦਾਸ਼ਤ ਕਰ ਸਕੀਏ, ਉਹਦੇ ਵਾਸਤੇ ਪੈਸੇ ਪੂਸੇ ਜੋੜਦੇ ਨੇ ਵਿਚਾਰੇ। ਉਸ ਤੋਂ ਬਾਅਦ ਈਦ ਤੋਂ ਪਹਿਲਾਂ ਕੁਝ ਲੜਾਈ ਝਗੜਾ ਹੋ ਗਿਆ ਤੇ ਫਜ਼ੀਲਤ ਬੀਬੀ ਜਿਹੜੀ ਆ ਉਹਨੇ ਆਪਣੇ ਬੇਟੇ ਸਾਜਦ ਔਰ ਰਜ਼ੀਆ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜੁਦੇ ਹੋ ਜਾਓ। ਹੁਣ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਂਦਾ, ਜੁਦੇ ਹੋ ਜਾਂਦੇ ਨੇ, ਲੇਕਿਨ ਲੜਾਈ ਝਗੜੇ ਫਿਰ ਨਹੀਂ ਮੁੱਕਦੇ। ਆਖਰਕਾਰ ਫਜ਼ੀਲਤ ਨੇ ਆਪਣੀ ਨੂੰਹ ਨੂੰ ਕਿਹਾ, ਆਪਣੇ ਬੇਟੇ ਨੂੰ, ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਈਦ ਤੱਕ ਜਿਹੜੇ ਦਿਨ ਨੇ ਇੱਥੇ ਗੁਜ਼ਾਰ ਲਓ, ਉਸ ਤੋਂ ਬਾਅਦ ਤੁਸੀਂ ਅਲੱਗ ਆਪਣੇ ਕਿਰਾਏ ਦੇ ਮਕਾਨ ਤੇ ਜਾ ਕੇ ਰਹੋ। ਇਹਨਾਂ ਨੂੰ ਹੁਣ ਟਾਰਗੇਟ ਦਿੱਤਾ ਗਿਆ ਕਿ ਈਦ ਤੁਸੀਂ ਇੱਥੇ ਕਰਨੀ ਆ, ਉਸ ਤੋਂ ਬਾਅਦ ਆਪਣਾ ਮਕਾਨ
ਕਿਰਾਏ ਤੇ ਲੈਣਾ। ਹੁਣ ਇਹ ਸਾਜਦ ਤੇ ਰਜ਼ੀਆ ਬੜੇ ਪਰੇਸ਼ਾਨ ਹੋ ਗਏ ਕਿ ਸਾਨੂੰ ਹੁਣ ਕਿਰਾਏ ਤੇ ਲੈ ਕੇ ਮਕਾਨ ਰਹਿਣਾ ਪੈਣਾ। ਜਿਹੜੇ ਪੈਸੇ ਜੋੜੇ ਸੀ ਹਨੀਮੂਨ ਵਾਸਤੇ, ਇਹਨਾਂ ਨੇ ਪ੍ਰੋਗਰਾਮ ਉਹ ਕੈਂਸਲ ਕਰ ਦਿੱਤਾ ਕਿ ਹੁਣ ਅਸੀਂ ਹਨੀਮੂਨ ਤੇ ਨਹੀਂ ਜਾਣਾ, ਕਿਉਂਕਿ ਜਿਹੜੇ ਪੈਸੇ ਜੋੜੇ ਨੇ ਜ਼ਾਹਰਾ ਉੱਥੇ ਐਡਵਾਂਸ ਵੀ ਦੇਣਾ ਪੈਣਾ ਤੇ ਮਕਾਨ ਕਿਰਾਏ ਤੇ ਲੈਣਾ ਪੈਣਾ। ਇਹਨਾਂ ਕੋਲ ਪੈਸੇ ਵੀ ਬਹੁਤ ਘੱਟ। ਲੂਮ ਵਾਲੇ ਬੰਦੇ ਦੀ ਤਨਖਾਹ ਕਿੰਨੀ ਕੁ ਹੁੰਦੀ ਆ? ਬਹੁਤ ਘੱਟ ਹੁੰਦੀ ਆ, ਤੇ ਉਹਦੇ ਨਾਲ ਇਹਨਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਬੜੇ ਪਰੇਸ਼ਾਨ ਹੋ ਗਏ। ਈਦ ਜਿਹੜੀ ਸੀ 7 ਜੂਨ ਨੂੰ ਸੀ ਤੇ 8 ਤੇ 9 3 ਦਿਨ ਈਦ ਦੇ ਗੁਜ਼ਰੇ ਨੇ। ਤੇ 10 ਜੂਨ ਨੂੰ ਸਵੇਰ 6:20 ਤੇ ਇਹਨਾਂ ਦੇ ਭਰਾ ਜ਼ਾਹਦ ਨੂੰ ਤੇ ਫਾਹਦ ਨੂੰ ਫੋਨ ਆਂਦਾ ਕਿ ਤੁਹਾਡੇ ਭਰਾ ਦੀ ਔਰ ਉਹਦੀ ਬੀਵੀ ਦੀ ਲਾਸ਼ ਭਾਈ ਵਾਲੇ ਫਾਟਕ ਦੇ ਉੱਤੇ ਪਈ ਆ। ਤੇ ਭਾਈ ਵਾਲਾ ਨਿਸ਼ਾਤਾਬਾਦ ਤੋਂ ਅਗਲੀ ਸਾਈਡ ਤੇ ਆ। ਤੇ ਉਹਨਾਂ ਨੇ ਜਿਸ ਵੇਲੇ ਇਹ ਫੋਨ ਸੁਣਿਆ ਤੇ ਉਹਨਾਂ ਦੀ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ। ਫਿਰ ਵੀ ਭਾਈ ਸੀ ਤੇ ਫੌਰੀ ਉੱਥੇ ਭਾਈ ਵਾਲੇ ਫਾਟਕ ਤੇ ਪਹੁੰਚਦੇ ਨੇ, ਵੇਖਦੇ ਨੇ ਕਿ ਉਹਨਾਂ ਦੇ ਭਰਾ ਦੀ ਲਾਸ਼ ਜਿਹੜੀ ਆ ਉੱਥੇ ਪਈ ਹੁੰਦੀ ਆ ਔਰ ਉਹਦੀ ਬੀਬੀ ਰਜ਼ੀਆ ਦੀ ਵੀ। ਤੇ ਫੌਰੀ ਉੱਥੋਂ ਉਹਨਾਂ ਦੀ ਲਾਸ਼ ਨੂੰ ਚੁੱਕਦੇ ਨੇ। ਰੈਸਕਿਊ 112 ਵਾਲੇ ਆ ਜਾਂਦੇ ਨੇ, ਪੁਲਿਸ ਆ ਜਾਂਦੀ ਆ, ਚੁੱਕ ਕੇ ਤੇ ਹਸਪਤਾਲ ਲੈ ਜਾਂਦੇ ਨੇ। ਹਸਪਤਾਲ ਜਾ ਕੇ ਉਹਨਾਂ ਦੀ ਪੋਸਟਮਾਰਟਮ ਵਗੈਰਾ ਜੋ ਵੀ DNA ਟੈਸਟ ਦੀ ਰਿਪੋਰਟ ਵਗੈਰਾ ਸਾਰਾ ਕੁਝ ਆਂਦਾ, ਜੋ ਵੀ ਹੈ ਕਾਨੂੰਨੀ ਕਾਰਵਾਈ ਕਰਦੀ ਆ ਪੁਲਿਸ। ਪੁਲਿਸ ਫਿਰ ਜ਼ਾਹਦ ਤੇ ਫਾਹਦ ਨੂੰ ਪੁੱਛਦੀ ਆ ਕਿ ਕੀ ਵਜ੍ਹਾ ਬਣੀ ਕਿ ਇਹ ਇਸ ਤਰ੍ਹਾਂ ਇਹਨਾਂ ਦੀ ਮੌਤ ਵਾਕਿਆ ਹੋ ਗਈ। ਜ਼ਾਹਦ ਕਹਿਣ ਲੱਗਾ ਕਿ ਸਵੇਰ 6:20 ਤੇ ਜਿਹੜਾ ਇਹ ਵਾਕਿਆ ਪੇਸ਼ ਆਇਆ, ਸਵੇਰ ਇਹ ਘਰੋਂ ਨਿਕਲੇ। ਮੈਂ ਸਮਝਿਆ ਕਿ ਇਹ ਸਾਜਦ ਜਿਹੜਾ ਆਪਣੀ ਬੀਵੀ ਰਜ਼ੀਆ ਨੂੰ ਲੈ ਕੇ ਨਾਸ਼ਤਾ ਕਰਵਾਉਣ ਵਾਸਤੇ ਜਾ ਰਿਹਾ। ਸਾਨੂੰ ਨਹੀਂ ਸੀ ਪਤਾ ਕਿ ਇਹ ਵਾਕਿਆ ਪੇਸ਼ ਆ ਜਾਏਗਾ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੇ ਖੁਦਕਸ਼ੀ ਕੀਤੀ ਹੈ ਜਾਂ ਕਿਸੇ ਨੇ ਉਹਨਾਂ ਨੂੰ ਰੇਲ ਦੀ ਪਟੜੀ ਤੇ ਧੱਕਾ ਦਿੱਤਾ ਕਿ ਉਹ ਟ੍ਰੇਨ ਦੇ ਥੱਲੇ ਆ ਗਏ ਹਨ। ਤੇ ਵੱਲਾ ਆਲਮ ਹਜੇ ਤਫਤੀਸ਼ ਪੁਲਿਸ ਜਿਹੜੀ ਆ ਕਰ ਰਹੀ ਹੈ, ਤਹਿਕੀਕਾਤ ਕਰ ਰਹੀ ਹੈ, ਕਿਉਂਕਿ ਹਜੇ ਇਹ ਪਰਸੋਂ ਚੌਥ ਦਾ ਵਾਕਿਆ ਆ। ਤੇ ਇਹਦੇ ਮੁਤਲਕ ਮਜ਼ੀਦ ਤਫਸੀਲਾਤ ਜਦੋਂ ਸਾਹਮਣੇ ਆਣਗੀਆਂ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਓ ਈਮਾਨ ਦੇ ਵਿੱਚ ਰੱਖੇ। अस्सलामु अलैकुम व रहमतुल्लाहि व बरकातहू।